हालेलुया 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 हालेलुया। तो सारे हम जय मसीह की परमेश्वर का वचन पढ़ांगे याकूब 4 अध्याय और 1 आयत तो पढ़ांगे। याकूब 4 अध्याय 1 आयत तो इस संसार दे नाल मित्रता। हालेलुया हालेलुया हालेलुया। जब ਅਸੀਂ ਸੰਸਾਰ ਦੇ ਨਾਲ ਮਿੱਤਰਤਾ ਲਾਉਂਦੇ ਆ ਤਾਂ ਫਿਰ ਸਾਡੀ ਲਾਈਫ ਦੇ ਵਿੱਚ ਕੀ ਸਿਚੁਏਸ਼ਨ ਆ ਜਾਂਦੀਆਂ ਆ, ਲੇਕਿਨ ਜਦ ਅਸੀਂ ਪਰਮੇਸ਼ਰ ਦੇ ਨਾਲ ਆਪਣਾ ਸੰਬੰਧ ਕਾਇਮ ਕਰਾਂਗੇ ਤਾਂ ਫਿਰ ਸਾਡੀ ਲਾਈਫ ਕਿੱਦਾਂ ਚੱਲਦੀ ਆ। ਹਾਲੇਲੂਇਆ ਹਾਲੇਲੂਇਆ हालेलुया। ਸੋ ਪਰਮੇਸ਼ਰ ਦਾ ਕਲਾਮ ਕੀ ਦੱਸਦਾ ਕਿ ਨਾ ਤੁਹਾਡੇ ਵਿੱਚ ਇਹ ਝਗੜੇ ਤੇ ਲੜਾਈਆਂ ਕਿੱਥੋਂ ਆ ਗਈਆਂ, ਕਿ ਇਹਨਾਂ ਦਾ ਕਾਰਨ ਤੁਹਾਡੀਆਂ ਉਹ ਅੰਦਰ ਦੀਆਂ ਕੋਈ ਸ਼ਾਮਾਂ ਨਹੀਂ ਹਨ, ਤੁਹਾਨੂੰ ਮਿਲਦੀ ਨਹੀਂ ਤਾਂ ਤੁਸੀਂ ਕਿਸੇ ਦਾ ਕਤਲ ਕਰਦੇ ਹੋ, ਤੁਸੀਂ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦਾ ਫੈਸਲਾ ਕਰਦੇ ਹੋ ਜੋ ਤੁਹਾਨੂੰ ਨਹੀਂ ਮਿਲਦੀ ਹੈ, ਇਸ ਲਈ ਤੁਸੀਂ ਝਗੜਾ ਤੇ ਲੜਾਈ ਕਰਦੇ ਹੋ। ਹਾਲੇਲੂਇਆ हालेलुया ਹਾਲੇਲੂਇਆ हालेलुया। ਆਵਾਜ਼ ਥੋੜੀ ਘੱਟ ਕਰ। ਪ੍ਰਭੂ ਦਾ ਕਲਾਮ ਕੀ ਦੱਸਦਾ ਕਿ ਨਾ ਤੁਹਾਡੇ ਵਿੱਚ ਲੜਾਈਆਂ ਤੇ ਝਗੜੇ ਕਿੱਥੋਂ ਆਏ ਆ। ਹਰ ਇੱਕ ਦੀ ਲਾਈਫ ਵਿੱਚ ਜਦੋਂ ਅਸੀਂ ਆਪਣੀ ਲਾਈਫ ਵਿੱਚ ਦੇਖਦੇ ਆ ਕਿਤੇ ਨਾ ਕਿਤੇ ਸਾਡੀ ਲੜਾਈ ਝਗੜਾ ਹੁੰਦਾ ਹੀ ਰਹਿੰਦਾ, ਫੈਮਿਲੀ ਦੇ ਵਿੱਚ ਜਾਂ ਸਾਡੇ ਰਿਲੇਟਿਵਸ ਦੇ ਵਿੱਚ ਜਾਂ ਸਾਡੇ ਆਂਢ ਗੁਆਂਢ ਦੇ ਵਿੱਚ। ਕੀ ਪਰਮੇਸ਼ਰ ਦਾ ਕਲਾਮ ਦੱਸਦਾ ਕਿ ਕਦੀ ਅਸੀਂ ਸੋਚਿਆ ਕਿ ਲੜਾਈਆਂ ਝਗੜੇ ਕਿੱਥੋਂ ਆਉਂਦੇ ਆ। ਇਸ ਦਾ ਜਿਹੜਾ ਮੇਨ ਰੀਜ਼ਨ ਕੀ ਆ, ਕਹਿੰਦਾ ਪਰਮੇਸ਼ਰ ਦਾ ਕਲਾਮ ਦੱਸਦਾ ਕਹਿੰਦਾ ਕਿ ਇਹਨਾਂ ਦਾ ਕਾਰਨ ਤੁਹਾਡੀਆਂ ਉਹ ਅੰਦਰਲੀਆਂ ਕੋਈ ਸ਼ਾਮਾਂ ਦਾ ਨਹੀਂ। ਕੋਈ ਸ਼ਾਮਾਂ ਮੀਨਸ ਉਹ ਸ਼ਾਮਾਂ ਉਹ ਆਸ ਜਿਹੜੀ ਅਸੀਂ ਆਪਣੇ ਅੰਦਰ ਰੱਖਦੇ ਆ। ਕੋਈ ਸ਼ਾਮ ਮਤਲਬ ਗਲਤ ਚੀਜ਼ ਦੀ ਆਸ ਰੱਖਣਾ, ਗਲਤ ਇਸ਼ਾਵਾਂ ਆਪਣੇ ਅੰਦਰ ਪੈਦਾ ਕਰਨੀਆਂ। ਹਾਲੇਲੂਇਆ हालेलुया। ਅਸੀਂ ਕੀ ਕਰਦੇ, ਜੋ ਆਪਾਂ ਸੰਸਾਰ ਦੇ ਵਿੱਚ ਅਸੀਂ ਦੇਖਦੇ ਆ, ਸਾਡਾ ਦਿਲ ਕਰਦਾ ਸਾਡੇ ਕੋਲ ਵੀ ਉਦਾਂ ਦਾ ਘਰ ਹੋਵੇ, ਸਾਡੇ ਕੋਲ ਵੀ ਉਦਾਂ ਦੀ ਕਾਰ ਹੋਵੇ, ਸਾਡੇ ਕੋਲ ਵੀ ਉਸ ਤਰ੍ਹਾਂ ਦੀ ਵਾਈਫ ਹੋਵੇ, ਸਾਡੇ ਕੋਲ ਵੀ ਉਹ ਸਾਰਾ ਸਮਾਨ ਹੋਵੇ, ਸਾਡੇ ਕੋਲ ਵੀ ਇੰਨਾ 골ਡ ਪਾਇਆ ਹੋਵੇ। ਹਾਲੇਲੂਇਆ ਅਸੀਂ ਵੀ ਇਸ ਤਰ੍ਹਾਂ ਲਾਈਫ ਸਪੈਂਡ ਕਰੀਏ, ਅਸੀਂ ਵੀ ਇਦਾਂ ਪਾਰਟੀਆਂ ਕਰੀਏ, ਇਦਾਂ ਅਸੀਂ ਵੀ ਸਾਰਾ ਕੁਝ ਕਰੀਏ ਜੋ ਲੋਕ ਕਰਦੇ ਆ। ਜੋ ਵੀ ਅਸੀਂ ਦੇਖਦੇ ਆ ਉਹ ਸਾਡਾ ਕਰਨ ਨੂੰ ਦਿਲ ਕਰਦਾ ਹੈ ਕਿ ਕੋਈ ਸ਼ਾਮ ਗਲਤ ਇੱਛਾ ਰੱਖਣੀ। ਕਹਿੰਦਾ ਜੋ ਹਮੇਸ਼ਾ ਤੁਹਾਡੇ ਅੰਦਰ ਸੰਘਰਸ਼ ਕਰਦੀਆਂ ਰਹਿੰਦੀਆਂ ਹਨ। ਹਾਲੇਲੂਇਆ ਹਾਲੇਲੂਇਆ। ਜਦੋਂ ਖਾਲੀ ਮਨ ਹੁੰਦਾ ਨਾ, ਕਹਿੰਦੇ ਖਾਲੀ ਮਨ ਸ਼ੈਤਾਨ ਦਾ ਘਰ ਆ। ਇਨਸਾਨ ਬੈਠਾ ਸਾਰਾ ਕੁਝ ਦੇਖਦਾ ਆਪਣੇ ਅੰਦਰ, ਉਹਦੇ ਅੰਦਰ ਸੰਘਰਸ਼ ਚੱਲਦਾ ਰਹਿੰਦਾ। ਅੱਜ ਇਦਾਂ ਹੋਵਾ, ਕੱਲ ਇਦਾਂ ਹੋਵੇ, ਪਰਸੋਂ ਇਦਾਂ ਹੋਵੇ, ਚੌਥ ਇਦਾਂ ਹੋਵੇ, ਆਉਣ ਵਾਲੇ ਟਾਈਮ ਦੇ ਵਿੱਚ ਅਗਲੇ ਸਾਲ 'ਚ ਅਸੀਂ ਇਦਾਂ ਕਰਾਂਗੇ, ਇਸ ਤਰ੍ਹਾਂ ਕਰਾਂਗੇ। ਕੀ ਹੁੰਦਾ, ਕਹਿੰਦਾ ਕਿ ਤੁਸੀਂ ਕਿਸੇ ਚੀਜ਼ ਦੀ ਇੱਛਾ ਰੱਖਦੇ ਹੋ ਪਰ ਉਹ ਤੁਹਾਨੂੰ ਨਹੀਂ ਮਿਲਦੀ ਤਾਂ ਤੁਸੀਂ ਕਿਸੇ ਦਾ ਕਤਲ ਕਰਦੇ ਹੋ। ਤੁਸੀਂ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦਾ ਫੈਸਲਾ ਕਰਦੇ ਹੋ ਜੋ ਤੁਹਾਨੂੰ ਨਹੀਂ ਮਿਲਦੀ, ਇਸ ਲਈ ਤੁਸੀਂ ਲੜਾਈ ਅਤੇ ਝਗੜਾ ਕਰਦੇ ਹੋ। ਹਾਲੇਲੂਇਆ हालेलुया। ਸਾਡੇ ਅੰਦਰ ਇੱਕ ਕਹਿ ਲਓ ਕਿ ਸਾਡਾ ਕਨਸੈਂਟਰੇਟ ਉਸ ਚੀਜ਼ ਦੇ ਉੱਤੇ ਲੱਗਾ ਰਹਿੰਦਾ ਜਦੋਂ ਤੱਕ ਉਹ ਸਾਨੂੰ ਮਿਲ ਨਹੀਂ ਜਾਂਦੀ। ਸਾਡੇ ਅੰਦਰ ਚਾਹਤ ਹੁੰਦੀ ਕਿ ਉਹ ਸਾਨੂੰ ਮਿਲ ਜਾਵੇ, ਫਿਰ ਕੀ ਹੁੰਦਾ, ਉਹ ਸਾਨੂੰ ਨਹੀਂ ਮਿਲਦੀ। ਸਾਡੇ ਅੰਦਰ ਕ੍ਰੋਧ ਹੁੰਦਾ, ਗੁੱਸਾ ਹੁੰਦਾ, ਫਿਰ ਕੀ ਇਹਦੇ ਵਿੱਚ ਅਸੀਂ ਕੀ ਕਰਦੇ, ਲੜਾਈ ਝਗੜਾ ਕਰਦੇ ਰਹਿੰਦੇ ਆ। ਕਦੇ ਗੁੱਸੇ ਦੇ ਵਿੱਚ ਕਿਸੇ ਨੂੰ ਕੁਝ ਬੋਲ ਦੇਣਾ, ਗੁੱਸੇ ਦੇ ਵਿੱਚ ਕਿਸੇ ਨੂੰ ਕਈਆਂ ਦਾ ਗੁੱਸਾ ਇੱਥੋਂ ਤੱਕ ਆ ਜਾਂਦਾ ਕਿ ਇੱਕ ਦੂਸਰੇ ਦਾ ਕਤਲ ਵੀ ਕਰ ਦਿੰਦੇ ਆ। ਜਦੋਂ ਭੈਣ ਭਰਾਵਾਂ ਦੇ ਵਿੱਚ ਜਾਂ ਭਰਾ ਦੇ ਵਿੱਚ ਝਗੜਾ ਹੁੰਦਾ, ਉਹ ਕੀ ਕਰਦੇ, ਜੋ ਉਹਦਾ ਹੱਥ ਦੇ ਵਿੱਚ ਉਹ ਇੱਕ ਦੂਸਰੇ ਦੇ ਮਾਰ ਦਿੰਦੇ ਆ। ਅਸੀਂ ਬਹੁਤ ਸਾਰੀਆਂ ਨਿਊਜ਼ ਜਿਹੜੀਆਂ ਆ ਹੁਣ ਸਾਨੂੰ ਦੇਖਣ ਨੂੰ ਮਿਲਦੀਆਂ ਕਿ ਘਰਾਂ ਦੇ ਵਿੱਚ ਭਰਾ ਨੇ ਭਰਾ ਦਾ ਹੀ ਕਤਲ ਕਰ ਦਿੱਤਾ ਇੱਕ ਜ਼ਮੀਨ ਜਾਇਦਾਦ ਦੇ ਪਿੱਛੇ, ਜਾਂ ਮਾਂ ਪੁੱਤ ਦਾ ਕਰੀ ਜਾਂਦਾ, ਪੁੱਤ ਬਾਪ ਦਾ ਕਰੀ ਜਾਂਦਾ। ਇਹਦਾ ਬਹੁਤ ਸਾਰੀ ਲੜਾਈ ਝਗੜੇ ਹੁਣ ਸੰਸਾਰ ਦੇ ਵਿੱਚ ਹੋ ਰਹੇ ਆ। ਕਾਹਤੋਂ? ਇਹਨਾਂ ਕੋਈ ਸ਼ਾਮਾਂ ਦੀ ਵਜ੍ਹਾ ਕਰਕੇ ਕਿ ਸਾਡੇ ਅੰਦਰ ਗਲਤ ਤੇ ਸ਼ਾਮਾਂ ਜਾਗਦੀਆਂ ਔਰ ਉਹੀ ਕੀ ਕਰਦੀਆਂ, ਸਾਡੇ ਅੰਦਰ ਲੜਾਈ ਝਗੜੇ। ਕਹਿੰਦਾ ਜਦ ਸਾਨੂੰ ਕੁਝ ਮਿਲਦਾ ਨਹੀਂ ਨਾ, ਸਾਡੇ ਅੰਦਰ ਗੁੱਸਾ ਹੁੰਦਾ ਆ ਬਹੁਤ ਜ਼ਿਆਦਾ ਕਿ ਮੈਂ ਤਾਂ ਇਸ ਚੀਜ਼ ਨੂੰ ਪਾਉਣਾ ਹੀ ਸੀ, ਮੈਨੂੰ ਕਿਉਂ ਨਹੀਂ ਮਿਲਿਆ। ਚਾਹੇ ਉਹ ਕੁਝ ਵੀ ਹੋਵੇ, ਚਾਹੇ ਕੋਈ ਇਨਸਾਨ ਹੋਵੇ ਜਾਂ ਕੋਈ ਚੀਜ਼ ਹੋਵੇ, ਜਦੋਂ ਤੱਕ ਅਸੀਂ ਇਹਨੂੰ ਪਾ ਨਹੀਂ ਲੈਂਦੇ ਨਾ, ਸਾਡੇ ਅੰਦਰ ਕੀ ਹੁੰਦਾ, ਉਹ ਸੰਘਰਸ਼ ਚੱਲਦਾ ਰਹਿੰਦਾ। ਔਰ ਉਹ ਗਲਤ ਇਸ਼ਾਵਾਂ ਦੇ ਕਰਕੇ ਕੀ ਹੁੰਦਾ, ਸੀ ਉਸ ਰਾਸਤੇ ਤੋਂ ਭਟਕ ਜਾਂਦੇ ਜਿੱਥੇ ਸਾਨੂੰ ਚੱਲਣਾ ਚਾਹੀਦਾ ਸੀ, ਟੇਢਾ ਚੱਲਣਾ ਸਟਾਰਟ ਕਰ ਦਿੰਦੇ ਆ ਔਰ ਜਿਹੜੀ ਸਾਡੀ ਲਾਈਫ ਆ ਪਟੜੀ ਤੋਂ ਉੱਤਰ ਜਾਂਦੀ ਆ। ਔਰ ਜਦ ਟ੍ਰੇਨ ਚੱਲਦੀ ਹੋਈ ਪਟੜੀ ਤੋਂ ਉੱਤਰ ਜਾਏ ਤਾਂ ਉਹਦਾ ਕੀ ਹੁੰਦਾ, ਨੁਕਸਾਨ ਹੁੰਦਾ ਤੇ ਉਹ ਖਤਮ ਹੋ ਜਾਂਦੀ ਆ। ਐਡੇ ਜਦ ਸਾਡੀ ਲਾਈਫ ਵਿੱਚ ਲੜਾਈ ਝਗੜੇ ਆ ਜਾਂਦੇ ਆ, ਕਹਿੰਦਾ ਤੁਹਾਨੂੰ ਤੁਹਾਡੀ ਇੱਛਾ ਅਨੁਸਾਰ ਨਹੀਂ ਮਿਲਦਾ ਕਿਉਂਕਿ ਤੁਸੀਂ ਪਰਮੇਸ਼ਰ ਕੋਲੋਂ ਨਹੀਂ ਮੰਗਦੇ।
ਨਾ ਪਵੇ। ਅਸੀਂ ਕੀ ਕਰਦੇ, ਉਸ ਚੀਜ਼ ਨੂੰ ਪਾਉਣ ਦੇ ਲਈ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਚੀਜ਼ ਆ, ਚਾਹੇ ਉਹ ਧਨ ਦੌਲਤ ਆ, ਚਾਹੇ ਕੋਈ ਇਨਸਾਨ ਆ, ਅਸੀਂ ਕੀ ਕਰਦੇ, ਉਹਨੂੰ ਪਾਉਣ ਦੇ ਲਈ ਗਲਤ ਰਾਸਤਾ ਅਪਣਾ ਲੈਂਦੇ ਆ। ਪ੍ਰਭੂ ਦੇ ਕੋਲੋਂ ਨਹੀਂ ਮੰਗਦੇ, ਅਸੀਂ ਆਪਣੇ ਤਰੀਕੇ ਨਾਲ ਸੋਚਦੇ, ਪਲਾਨਿੰਗ ਤਿਆਰ ਕਰਦੇ ਕਿ ਕਿੱਦਾਂ ਉਹਨੂੰ ਪਾਈਏ। ਹਾਲੇਲੂਇਆ, ਹਾਲੇਲੂਇਆ। ਕਹਿੰਦਾ ਕਿ ਇਸ ਲਈ ਹੁੰਦਾ ਕਿ ਅਸੀਂ ਪਰਮੇਸ਼ਰ ਦੇ ਕੋਲੋਂ ਨਹੀਂ ਮੰਗਦੇ, ਅਸੀਂ ਪ੍ਰੇਅਰ 'ਚ ਜਾ ਕੇ ਪ੍ਰਭੂ ਨੂੰ ਵੀ ਕਹਿੰਦੇ ਕਿ ਪਰਮੇਸ਼ਰ ਸਾਨੂੰ ਆ ਚਾਹੀਦਾ ਆ। ਇਹ ਜਾਣਦੇ ਹੋਏ ਵੀ ਕਿ ਪਰਮੇਸ਼ਰ ਦੇ ਕਲਾਮ 'ਚ ਲਿਖਿਆ, ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ ਕਿ ਤੁਹਾਡਾ ਆਨੰਦ ਪੂਰਾ ਹੋ ਸਕੇ। ਫਿਰ ਕੀ ਹੁੰਦਾ, ਕਹਿੰਦਾ ਪਰ ਜੇਕਰ ਤੁਸੀਂ ਮੰਗਦੇ ਵੀ ਹੋ ਤਾਂ ਤੁਹਾਨੂੰ ਉਸ ਦਾ ਉੱਤਰ ਨਹੀਂ ਮਿਲਦਾ, ਕਿਉਂਕਿ ਤੁਸੀਂ ਬੁਰੀ ਭਾਵਨਾ ਰੱਖਦੇ ਹੋਏ ਅਤੇ ਕੇਵਲ ਆਪਣੀਆਂ ਕੋਈ ਇਛਾਵਾਂ ਦੀ ਪੂਰਤੀ ਲਈ ਮੰਗਦੇ ਹੋ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਦਾ ਕਲਾਮ ਕੀ ਦੱਸਦਾ, ਕਹਿੰਦਾ ਜੇਕਰ ਅਸੀਂ ਮੰਗਦੇ ਵੀ ਆ ਨਾ, ਪ੍ਰੇਅਰ 'ਚ ਜਾ ਕੇ ਮੰਗਦੇ ਵੀ ਆ, ਜ਼ਿਆਦਾਤਰ ਲੋਕ ਪ੍ਰੇਅਰ ਦੇ ਵਿੱਚ ਉਦੋਂ ਹੀ ਬੈਠਦੇ ਜਦੋਂ ਉਹਨਾਂ ਨੇ ਕੁਝ ਮੰਗਣਾ ਹੋਵੇ। ਉਦਾਂ ਉਹਨਾਂ ਨੇ ਪ੍ਰੇਅਰ ਨਹੀਂ ਕਰੀ, ਜਦੋਂ ਕੁਝ ਮੰਗਣਾ ਹੋਵੇ ਉਦੋਂ ਪ੍ਰੇਅਰ 'ਚ ਜਾਂਦੇ ਆ। ਔਰ ਪ੍ਰੇਅਰ ਦੇ ਵਿੱਚ ਇਹ ਨਹੀਂ ਲਾਈਨ ਹੁੰਦੀ ਕਿ ਪਰਮੇਸ਼ਰ ਅਸੀਂ ਤੇਰਾ ਧੰਨਵਾਦ ਕਰਦੇ ਅੱਜ ਦੇ ਦਿਨ ਲਈ, ਇਸ ਖੂਬਸੂਰਤ ਲਾਈਫ ਲਈ, ਇਸ ਸ਼ਾਂਤੀ ਦੇ ਲਈ ਜਿਹੜੀ ਅੱਜ ਸਾਡੀ ਲਾਈਫ ਦੇ ਵਿੱਚ। ਅਸੀਂ ਇਹ ਨਹੀਂ ਮੰਗਦੇ। ਅਸੀਂ ਕੀ ਮੰਗਦੇ, ਪ੍ਰਭੂ ਸਾਨੂੰ ਉਹ ਦੇ ਦੇ, ਪਰਮੇਸ਼ਰ ਸਾਨੂੰ ਇਹ ਦੇ ਦੇ, ਪ੍ਰਭੂ ਕੱਲ ਇਦਾਂ ਹੋਵੇ, ਅੱਜ ਇਦਾਂ ਹੋ ਜਾਵੇ, ਮੈਂ ਉੱਥੇ ਚਲਾ ਉੱਥੇ ਆਇਆ ਹੋ ਜਾਵੇ। ਅਸੀਂ ਕੀ ਕਰਦੇ, ਆਪਣੀਆਂ ਇੱਕ ਲਿਸਟ ਤਿਆਰ ਕਰਦੇ, ਪ੍ਰਭੂ ਦੇ ਅੱਗੇ ਰੱਖਦੇ ਰਹਿੰਦੇ ਕੰਟੀਨਿਊ, ਅੱਜ ਇਦਾਂ ਹੋਵੇ, ਕੱਲ ਇਦਾਂ, ਪਰਮੇਸ਼ਰ ਇਦਾਂ ਹੋ ਹੀ ਜਾਏ, ਬਸ ਮੰਗਣ ਨਹੀਂ ਜਾਣੇ ਉਹਦੇ ਕੋਲੋਂ, ਉਹਨੂੰ ਧੰਨਵਾਦ ਨਹੀਂ ਦਿੰਦੇ। ਫਿਰ ਕੀ ਹੁੰਦਾ, ਕਹਿੰਦਾ ਅਸੀਂ ਕਿ ਪਰਮੇਸ਼ਰ ਦਾ ਕਲਾਮ ਦੱਸਦਾ, ਕਹਿੰਦਾ ਪਰ ਜੇਕਰ ਤੁਸੀਂ ਮੰਗਦੇ ਵੀ ਹੋ ਤਾਂ ਤੁਹਾਨੂੰ ਉਹਦਾ ਆਨਸਰ ਨਹੀਂ ਮਿਲਦਾ। ਫਿਰ ਅਸੀਂ ਕੀ ਕਰਦੇ, ਪ੍ਰੇਅਰ ਕਰਕੇ ਅਸੀਂ ਆ ਜਾਂਦੇ, ਇੱਕ ਦਿਨ ਬੀਤਦਾ, 2 ਦਿਨ ਬੀਤਦੇ ਆ, ਲਗਾਤਾਰ ਦਿਨ ਵੱਧਦੇ ਜਾਂਦੇ, ਮਹੀਨਾ ਆ ਜਾਂਦਾ, ਸਾਲ ਲੰਘ ਜਾਂਦਾ, ਅਸੀਂ ਕੀ ਕਹਿੰਦੇ, ਪ੍ਰਭੂ ਨੇ ਸਾਡੀ ਨਹੀਂ ਸੁਣੀ, ਕੋਈ ਆਨਸਰ ਨਹੀਂ ਆਇਆ, ਪਰਮੇਸ਼ਰ ਨੇ ਸਾਡੇ ਕੰਮ ਨਹੀਂ ਕੀਤੇ। ਫਿਰ ਕੀ ਹੁੰਦਾ, ਪ੍ਰਭੂ ਦਾ ਕਲਾਮ ਦੱਸਦਾ, ਕਹਿੰਦਾ ਕਿਉਂ ਨਹੀਂ ਉਹਨੇ ਤੁਹਾਡੀ ਸੁਣੀ, ਕਿਉਂਕਿ ਤੁਸੀਂ ਬੁਰੀ ਭਾਵਨਾ ਦੇ ਨਾਲ ਮੰਗਦੇ ਆ। ਕਿਉਂਕਿ ਕਹਿੰਦਾ ਤੁਸੀਂ ਜੋ ਕੁਝ ਵੀ ਮੰਗਿਆ ਆਪਣੇ ਸਵਾਰਥ ਲਈ ਮੰਗਿਆ, ਜੋ ਕੁਝ ਵੀ ਮੰਗਿਆ ਆਪਣੀ ਕੋਈ ਇਛਾਵਾਂ ਦੀ ਪੂਰਤੀ ਲਈ ਮੰਗਿਆ ਕਿ ਸਾਡੀ ਲਾਈਫ 'ਚ ਸਾਰਾ ਕੁਝ ਪੂਰਾ ਹੋ ਜਾਵੇ। ਜਦ ਵੀ ਤੁਸੀਂ ਪ੍ਰਭੂ ਦੇ ਕੋਲ ਜਾਂਦੇ ਹੋ, ਆਪਣੇ ਮੰਗਣ ਦਾ ਢੰਗ ਦੇਖੋ, ਕੀ ਮੰਗ ਰਹੇ ਹੋ। ਕਈ ਵਾਰੀ ਜਿਹੜੀਆਂ ਚੀਜ਼ਾਂ ਅਸੀਂ ਮੰਗਦੇ ਨਾ, ਉਹ ਸਾਨੂੰ ਪਰਮੇਸ਼ਰ ਦੇ ਕੋਲ ਦੂਰ ਕਰ ਦਿੰਦੀਆਂ ਆ। ਕੀ ਕਰ ਦਿੰਦੀਆਂ? ਪਰ ਇਹੋ ਜਿਹੀਆਂ ਚੀਜ਼ਾਂ ਪ੍ਰਭੂ ਦੇ ਕੋਲ ਨਹੀਂ ਮੰਗਣੀਆਂ ਚਾਹੀਦੀਆਂ ਜਿਹੜੀਆਂ ਸਾਨੂੰ ਲਾਲਚ ਵਿੱਚ ਪਾ ਕੇ ਥੱਲੇ ਤੱਕ ਲੈ ਜਾਵੇ, ਜਿੱਥੋਂ ਅਸੀਂ ਮੁੜ ਕੇ ਉੱਠ ਖੜੇ ਨਾ ਹੋਈਏ। ਤੇ ਫਿਰ ਇਨਸਾਨ ਪੈਸਾ ਮੰਗਦਾ, ਜੇ ਪ੍ਰਭੂ ਨੂੰ ਦੇ ਵੀ ਦਿੰਦਾ, ਉਹਦੇ ਅੰਦਰ ਕੀ ਹੁੰਦਾ, ਘਮੰਡ ਆ ਜਾਂਦਾ ਤੇ ਉਹ ਪਰਮੇਸ਼ਰ ਨੂੰ ਭੁੱਲ ਜਾਂਦਾ। ਕਿੱਥੇ ਉਹ ਗਰੀਬੀ ਦੇ ਵਿੱਚ ਪ੍ਰਭੂ ਦਾ ਨਾਮ ਲੈਂਦਾ ਸੀ, ਕਿੱਥੇ ਉਹ ਵੱਡਾ ਬਣ ਜਾਂਦਾ। ਉਹਦੇ ਕੋਲ ਇੰਨਾ ਟਾਈਮ ਵੀ ਨਹੀਂ ਹੁੰਦਾ ਕਿ ਉਹ ਪ੍ਰਭੂ ਦੇ ਘਰ ਜਾ ਕੇ ਉਹਦਾ ਧੰਨਵਾਦ ਕਰ ਸਕੇ, ਤੇ ਆਪਣੇ ਘਰ 'ਚ ਬੈਠ ਕੇ ਧੰਨਵਾਦ ਕਰ ਸਕੇ। ਲਾਈਫ ਦੇ ਵਿੱਚ ਇੰਨਾ ਜ਼ਿਆਦਾ ਬਿਜ਼ੀ ਹੋ ਜਾਂਦਾ। ਇਹਦੇ ਨਾਲ ਬੈਟਰ ਕੀ ਸੀ, ਉਹ ਚੰਗਾ ਸੀ ਜਿਹੜਾ ਪਰਮੇਸ਼ਰ ਤੁਹਾਨੂੰ ਥੋੜਾ ਥੋੜਾ ਕਰਕੇ ਤੁਹਾਨੂੰ ਸਟੈਂਡਰਡ ਤੇ ਲਿਆ ਰਿਹਾ ਸੀ। ਪ੍ਰਭੂ ਇਸ ਤਰੀਕੇ ਨਾਲ ਨਹੀਂ ਦਿੰਦਾ ਇੱਕੋ ਵਾਰੀ ਕਿ ਤੁਸੀਂ ਉਹਨੂੰ ਭੁੱਲ ਜਾਓ। ਉਹ ਚੀਜ਼ਾਂ ਦਿੰਦਾ ਹੈ ਜਿਹੜੀਆਂ ਸਾਡੀ ਲਾਈਫ ਲਈ ਸਹੀ ਆ, ਔਰ ਸਾਨੂੰ ਹੌਲੀ ਹੌਲੀ ਤਿਆਰ ਕਰਦਾ। ਪਤਾ ਕਿਉਂ? ਬੱਚਾ ਦੇਖੋ, ਹੌਲੀ ਹੌਲੀ ਜਦ ਛੋਟਾ ਬੱਚਾ ਹੁੰਦਾ ਨਾ, ਅਸੀਂ ਇੱਕਦਮ ਉਹਨੂੰ ਖਾਣਾ ਨਹੀਂ ਦਿੰਦੇ, ਕਿਉਂਕਿ ਉਹ ਪਚਾ ਨਹੀਂ ਸਕਦਾ। ਪਹਿਲਾਂ ਉਹਨੂੰ ਦੁੱਧ ਦਿੰਦੇ ਆ, ਫਿਰ ਹੌਲੀ ਹੌਲੀ ਉਹਨੂੰ ਖਿਚੜੀ ਦਿੰਦੇ, ਦਾਲ ਦਾ ਪਾਣੀ ਦਿੰਦੇ, ਥੋੜਾ ਥੋੜਾ ਵੱਡਾ ਹੁੰਦਾ ਫਿਰ ਖਾਣੇ ਤੇ ਆਉਂਦੇ ਆ, ਥੋੜੀ ਥੋੜੀ ਚੀਜ਼ ਦਿੰਦੇ, ਇੱਕਦਮ ਜ਼ਿਆਦਾ ਵੀ ਨਹੀਂ ਕਿ 5-7 ਰੋਟੀਆਂ ਉਹਦੇ ਅੱਗੇ ਰੱਖ ਲਈਏ, ਨਹੀਂ। ਥੋੜਾ ਵੱਡਾ ਹੁੰਦਾ, ਜਦ ਉਹਦੀ ਹਾਲਤ ਇਸ ਯੋਗ ਹੋ ਜਾਂਦੀ, ਪੂਰਾ ਸਟੈਂਡਰਡ ਤੇ ਆ ਜਾਂਦਾ ਕਿ ਹੁਣੇ ਖਾਣ ਦੇ ਕਾਬਿਲ ਹੈ, ਫਿਰ ਉਹਨੂੰ ਪੂਰਾ ਭੋਜਨ ਦਿੱਤਾ ਜਾਂਦਾ। ਏਦਾਂ ਇਨਸਾਨ ਜਿਹੜਾ ਨਾ, ਉਹ ਵੀ ਪਰਮੇਸ਼ਰ ਦੇ ਲਈ ਕੀ ਹੈ, ਇੱਕ ਛੋਟਾ ਜਿਹਾ ਬੱਚਾ। ਔਰ ਪ੍ਰਭੂ ਵੀ ਉਹਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਉਹਨੂੰ ਥੋੜਾ ਥੋੜਾ ਉਹਨੂੰ ਦਿੰਦਾ ਆ, ਅੱਗੇ ਤੋਂ ਅੱਗੇ ਉਹਨੂੰ ਵਧਾਉਂਦਾ, ਤਾਂ ਕਿ ਉਹ ਪੂਰਾ ਇੱਕਦਮ ਆ ਕੇ ਸ਼ੈਤਾਨ ਦੇ ਚੱਕਰ 'ਚ ਨਾ ਫਸ ਜਾਵੇ। ਪਰਮੇਸ਼ਰ ਨੂੰ ਥੋੜਾ ਥੋੜਾ ਦਿੰਦਾ ਕਿ ਇਹ ਜਿਹੜਾ ਜੋ ਮੈਨੂੰ ਦੇ ਰਿਹਾ ਆ, ਡਾਮਾਡੋਲ ਨਾ ਹੋਵੇ ਜੀਵਨ ਦੇ, ਕਦੀ ਵੀ ਰਸਤੇ ਦੇ ਵਿੱਚ ਕਿਸੇ ਵੀ ਮੋੜ ਤੇ ਡਾਮਾਡੋਲ ਨਾ ਹੋਵੇ। ਹਾਲੇਲੂਇਆ, ਹਾਲੇਲੂਇਆ। ਔਰ ਪਰਮੇਸ਼ਰ ਕਹਿੰਦਾ ਕਦੀ ਵੀ ਪ੍ਰਭੂ ਦੇ ਕੋਲ ਜਾ ਕੇ ਮੰਗੋ ਤਾਂ ਆਪਣੇ ਸਵਾਰਥ ਲਈ ਨਹੀਂ ਮੰਗਣਾ ਚਾਹੀਦਾ। ਪਰਮੇਸ਼ਰ ਸਾਨੂੰ ਉਹ ਹੀ ਦਿੰਦਾ ਜੋ ਸਾਡੇ ਲਈ ਬੈਟਰ ਆ। ਅਗਰ ਕੋਈ ਬੱਚਾ ਲਵੇ ਕਿ ਮੈਨੂੰ ਕਾਚੂ ਚਾਹੀਦਾ ਹੀ ਚਾਹੀਦਾ, ਉਹਨੂੰ ਲੱਗਣਾ ਕਿ ਇਹ ਖਿਡੌਣਾ ਹੀ ਆ, ਅਸੀਂ ਕੀ ਕਰਾਂਗੇ, ਦੇਵਾਂਗੇ ਉਹਨੂੰ? ਨਹੀਂ। ਅਸੀਂ ਕੋਈ ਵੀ ਐਸੀ ਚੀਜ਼ ਨਹੀਂ ਦੇਵਾਂਗੇ ਜਿਸ ਤੋਂ ਉਹਨੂੰ ਚੋਟ ਪਹੁੰਚੇ। ਇਸੇ ਤਰ੍ਹਾਂ ਪਰਮੇਸ਼ਰ ਵੀ ਸਾਨੂੰ ਉਹ ਚੀਜ਼ਾਂ
ਉਹ ਆਨਸਰ ਨਹੀਂ ਦਿੰਦਾ ਜਿਹੜੇ ਸਾਡੇ ਲਈ ਗਲਤ ਹੋਣ। ਹਾਲੇਲੂਇਆ। ਹਾਲੇਲੂਇਆ। ਅਸੀਂ ਗੁੱਸੇ ਹੋ ਜਾਂਦੇ, ਪ੍ਰਭੂ ਨੇ ਸੁਣੀ ਕਿਉਂ ਨਹੀਂ, ਪ੍ਰਭੂ ਨੇ ਸੁਣੀ ਨਹੀਂ। ਉਹ ਸਿਰਫ ਪੇਰੈਂਟਸ ਦੀ ਤਰ੍ਹਾਂ ਕਰਦਾ ਹੈ, ਸਾਡਾ ਮਾਂ ਤੇ ਬਾਪ ਆ। ਉਹ ਪੇਰੈਂਟਸ ਨੂੰ ਪਤਾ ਹੁੰਦਾ ਸਾਡੇ ਬੱਚੇ ਲਈ ਕੀ ਸਹੀ ਆ ਕੀ ਗਲਤ ਆ, ਅੱਜ ਉਹਨੂੰ ਕੀ ਚਾਹੀਦਾ, ਕੱਲ ਉਹਨੂੰ ਕੀ ਚਾਹੀਦਾ, ਕਦੋਂ ਉਹਦੇ ਲਈ ਇਹ ਚੀਜ਼ ਬੈਟਰ ਹੋਵੇਗੀ, ਸਹੀ ਹੋਵੇਗੀ ਪੂਰੀ ਤਰੀਕੇ ਦੇ ਨਾਲ। ਐਡੇ ਪਰਮੇਸ਼ਰ ਵੀ ਸਾਡੀ ਲਾਈਫ 'ਚ ਕਰਦਾ, ਕਦੋਂ ਅਸੀਂ ਉਹਦੇ ਕਾਬਲ ਬਣਾਂਗੇ ਜੋ ਅਸੀਂ ਉਹਦੇ ਕੋਲੋਂ ਮੰਗ ਰਹੇ ਹਾਂ। ਹਾਲੇਲੂਇਆ। ਹਾਲੇਲੂਇਆ। ਕਹਿੰਦਾ हे ਵਿਸ਼ਵਾਸ ਘਾਤਿਓ, ਕਿ ਤੁਸੀਂ ਨਹੀਂ ਜਾਣਦੇ ਕਿ ਸੰਸਾਰ ਦੇ ਨਾਲ ਮਿੱਤਰਤਾ ਰੱਖਣਾ ਪਰਮੇਸ਼ਰ ਨਾਲ ਵੈਰ ਕਰਨਾ ਹੈ। ਹਾਲੇਲੂਇਆ। ਹਾਲੇਲੂਇਆ। ਜੋ ਕੋਈ ਵੀ ਸੰਸਾਰ ਨਾਲ ਮਿੱਤਰਤਾ ਰੱਖਣੀ ਚਾਹੁੰਦਾ ਹੈ ਉਹ ਪਰਮੇਸ਼ਰ ਦਾ ਵੈਰੀ ਬਣ ਜਾਂਦਾ ਹੈ। ਕੀ ਤੁਸੀਂ ਸੋਚ ਰਹੇ ਹੋ ਕਿ ਇਹ ਜੋ ਧਰਮ ਗ੍ਰੰਥ ਕਹਿੰਦਾ ਹੈ ਉਹ ਐਵੇਂ ਹੈ? ਪਰਮੇਸ਼ਰ ਨੇ ਸਾਡੇ ਵਿੱਚ ਜੋ ਆਤਮਾ ਰੱਖਿਆ ਹੈ ਉਹ ਉਸ ਦੇ ਸੰਬੰਧੀ ਬਹੁਤ ਮੋਹ ਰੱਖਦਾ ਹੈ। ਹਾਲੇਲੂਇਆ। 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 ਪਰਮੇਸ਼ਰ ਦਾ ਕਲਾਮ ਕੀ ਕਹਿੰਦਾ ਹੈ? ਵਿਸ਼ਵਾਸ ਘਾਤਿਓ, ਉਹ ਲੋਕ ਵਿਸ਼ਵਾਸ ਘਾਤੀ ਹੁੰਦੇ ਆ ਜਿਹੜੇ ਸੰਸਾਰ ਦੇ ਨਾਲ ਮਿੱਤਰਤਾ ਰੱਖਦੇ ਆ, ਸੰਸਾਰ ਦੀ ਤਰ੍ਹਾਂ ਚੱਲਣਾ ਚਾਹੁੰਦੇ ਆ। ਸੰਸਾਰ 'ਚ ਪ੍ਰਭੂ ਦੇ ਕਲਾਮ 'ਚ ਲਿਖਿਆ, ਸੰਸਾਰ 'ਚ ਇਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਆ ਜਿਹੜੀਆਂ ਸਾਨੂੰ ਕੀ ਕਰਦੀਆਂ, ਪਰਮੇਸ਼ਰ ਦੇ ਰਾਹ ਤੋਂ ਭਟਕਾ ਦਿੰਦੀਆਂ ਆ। ਪਰਮੇਸ਼ਰ ਕਹਿੰਦਾ ਅਫਸੋਸ ਹੈ ਉਸ ਬੰਦੇ ਦੇ ਉੱਤੇ ਜਿਹੜਾ ਇਹਨਾਂ ਦਾ ਕਾਰਨ ਬਣਦਾ ਹੈ। ਸੰਸਾਰ ਦੇ ਨਾਲ ਜਿਹੜਾ ਮਿੱਤਰਤਾ ਰੱਖਦਾ ਉਹ ਕੀ ਆ? ਪਰਮੇਸ਼ਰ ਦੇ ਨਾਲ ਵੈਰ ਕਰਦਾ ਆ। ਜੋ ਕੋਈ ਵੀ ਕਹਿੰਦਾ ਸੰਸਾਰ ਨਾਲ ਮਿੱਤਰਤਾ ਰੱਖਣੀ ਚਾਹੁੰਦਾ ਹੈ ਉਹ ਪਰਮੇਸ਼ਰ ਦਾ ਵੈਰੀ ਬਣ ਜਾਂਦਾ ਆ। ਸੰਸਾਰ ਦੇ ਵਿੱਚ ਕੀ ਆ? ਮੋਹ, ਮਾਇਆ, ਲਾਲਚ, ਹੰਕਾਰ, ਈਰਖਾ ਕਰਨੀ, ਧੋਖਾ ਕਰਨਾ, ਨਸ਼ਾ ਕਰਨਾ, ਵਿਭਾਚਾਰ ਕਰਨਾ, ਗਾਲੀ ਗਲੋਚ ਕਰਨਾ, ਲੜਾਈ ਝਗੜਾ ਕਰਨਾ, ਇਹ ਸਾਰੇ ਕਿਹਦੇ ਗੁਣ ਆ? ਸ਼ੈਤਾਨ ਦੇ ਔਰ ਸੰਸਾਰ ਦੇ। ਸੰਸਾਰ ਦੇ ਵਿੱਚ ਪਰਮੇਸ਼ਰ ਨਹੀਂ ਰਹਿੰਦਾ, ਉਹ ਸਵਰਗ ਦਾ। ਪਰਮੇਸ਼ਰ ਕਿੱਥੇ ਦਾ? ਔਰ ਸੰਸਾਰ ਦੇ ਵਿੱਚ ਜਿਹੜਾ ਰਹਿੰਦਾ ਉਹ ਸ਼ੈਤਾਨ ਆ। ਅਗਰ ਅਸੀਂ ਸੰਸਾਰ ਨਾਲ ਮਿੱਤਰਤਾ ਰੱਖਦੇ ਹਾਂ ਮੀਨਸ ਕਿ ਅਸੀਂ ਸ਼ੈਤਾਨ ਦੇ ਨਾਲ ਦੋਸਤੀ ਪੱਕੀ ਕਰ ਲਈ ਆ ਕਿ ਜੋ ਉਹਨੇ ਕਹਿਣਾ ਉਹੀ ਕਰਨਾ। ਅਗਰ ਅਸੀਂ ਪਰਮੇਸ਼ਰ ਦੇ ਨਾਲ ਆਪਣਾ ਸੰਬੰਧ ਕਾਇਮ ਕਰਾਂਗੇ ਫਿਰ ਸਾਡੇ ਵਿੱਚ ਇਹ ਗੁਣ ਕਦੇ ਵੀ ਨਹੀਂ ਹੋ ਸਕਦੇ। ਹਾਲੇਲੂਇਆ। 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 ਕਹਿੰਦਾ ਕਿ ਤੁਸੀਂ ਸੋਚਦੇ ਹੋ ਕਿ ਧਰਮ ਗ੍ਰੰਥ ਐਵੇਂ ਹੀ ਆ, ਮਤਲਬ ਜੋ ਵੀ ਪਰਮੇਸ਼ਰ ਦਾ ਕਲਾਮ ਇਹ ਗੱਲਾਂ ਇਹ ਵੇਸਟ ਆ, ਕਿ ਅਸੀਂ ਸੋਚਦੇ ਕਿ ਇਹਦਾ ਕੋਈ ਮੀਨਸ ਨਹੀਂ ਆ। ਪਰਮੇਸ਼ਰ ਦਾ ਰੋਜ਼ ਅਸੀਂ ਵਚਨ ਸੁਣਦੇ ਕਿ ਅਸੀਂ ਸੋਚਦੇ ਹਾਂ ਕਿ ਐਵੇਂ ਹੀ। ਕੁਝ ਲੋਕ ਕਹਿੰਦੇ ਵਚਨ ਸੁਣਿਆ, ਇੱਕ ਕੰਨ ਰਾਹੀਂ ਸੁਣਿਆ, ਦੂਸਰੇ ਪਾਸੋਂ ਕੱਢ ਦੋ, ਕੋਈ ਗੱਲ ਨਹੀਂ, ਲਾਈਫ ਚੱਲ ਰਹੀ ਆ, ਮਜ਼ੇ ਲਓ, ਆਨੰਦ ਲਓ, ਪਾਰਟੀਆਂ ਕਰੋ, ਵਿਆਹ ਸ਼ਾਦੀਆਂ ਦੇ ਵਿੱਚ ਜਾਓ। ਕੀ ਹੋ ਗਿਆ ਜੇ ਅੱਜ ਪ੍ਰੇਅਰ ਨਹੀਂ ਕੀਤੀ? ਕੱਲ ਸਹੀ ਰੱਬ ਦੇ ਕੋਲ ਇੱਕ ਵਾਰੀ ਮਾਫੀ ਮੰਗ ਲਓ, ਪਾਸਟਰ ਜੀ ਨੇ ਦੱਸਿਆ ਕਿ ਉਹ ਮਾਫ ਕਰ ਦਿੰਦਾ ਹੈ। ਹਾਲੇਲੂਇਆ। 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 ਏਦਾਂ ਨਹੀਂ ਹੁੰਦਾ। ਪਰਮੇਸ਼ਰ ਦਾ ਕਲਾਮ ਦੱਸਦਾ ਕਿ ਜਿਹੜਾ ਇੱਥੇ ਸੰਸਾਰ ਨਾਲ ਮਿੱਤਰਤਾ ਰੱਖੂਗਾ ਨਾ, ਇੱਥੇ ਦੀਆਂ ਚੀਜ਼ਾਂ ਪ੍ਰਾਪਤ ਕਰਨਾ ਚਾਹੇਗਾ, ਉਹ ਵੀ ਪ੍ਰਭੂ ਦਾ ਵੈਰੀ ਆ। ਕਿਉਂਕਿ ਧਰਮ ਗ੍ਰੰਥ ਵਿੱਚ ਜੋ ਵੀ ਬਾਈਬਲ ਦੱਸਦੀ ਹੈ ਸਾਨੂੰ ਇਹ ਐਵੇਂ ਨਹੀਂ ਆ। ਲਾਈਫ ਦੇ ਵਿੱਚ ਅਗਰ ਅਸੀਂ ਸਹੀ ਤਰੀਕੇ ਨਾਲ ਜੀਣਾ, ਜਿਹੜੇ ਬਾਈਬਲ ਆ ਇਹ ਸਾਨੂੰ ਜੀਣ ਦਾ ਢੰਗ ਸਿਖਾਉਂਦੀ ਆ। ਕੀ ਸਿਖਾਉਂਦੀ? ਜੀਣ ਦਾ ਢੰਗ। ਕਹਿੰਦਾ ਪਰਮੇਸ਼ਰ ਨੇ ਜੋ ਸਾਡੇ ਵਿੱਚ ਆਤਮਾ ਰੱਖਿਆ ਆ ਉਸ ਦੇ ਸੰਬੰਧੀ ਬਹੁਤ ਮੋਹ ਰੱਖਦਾ ਹੈ। ਹਾਲੇਲੂਇਆ। ਹਾਲੇਲੂਇਆ। ਪਰ ਕਿਰਪਾ ਜੋ ਪਰਮੇਸ਼ਰ ਦੀ ਦਾਤ ਆ ਹੋਰ ਸ਼ਕਤੀਸ਼ਾਲੀ ਆ। ਕਿਉਂਕਿ ਧਰਮ ਗ੍ਰੰਥ ਕਹਿੰਦਾ ਪਰਮੇਸ਼ਰ ਹੰਕਾਰੀ ਦਾ ਵਿਰੋਧ ਕਰਦਾ ਪਰ ਉਹ ਦੀਨ ਤੇ ਕਿਰਪਾ ਕਰਦਾ ਹੈ। ਹਾਲੇਲੂਇਆ। ਹਾਲੇਲੂਇਆ। ਕਹਿੰਦਾ ਪਰਮੇਸ਼ਰ ਨੇ ਸਾਡੇ ਵਿੱਚ ਜਿਹੜਾ ਆਤਮਾ ਰੱਖਿਆ ਨਾ, ਪਰਮੇਸ਼ਰ ਇਹਦੇ ਨਾਲ ਪਿਆਰ ਕਰਦਾ। ਕਿਉਂਕਿ ਹਰ ਇੱਕ ਇਨਸਾਨ ਦੇ ਵਿੱਚ ਜਿਹੜਾ ਰੂਹ ਆਇਆ ਨਾ, ਜਿਹੜਾ ਆਤਮਾ ਆ, ਜਿਹੜਾ ਅਸੀਂ ਚੱਲਦੇ ਫਿਰਦੇ, ਜਿਹੜਾ ਅਸੀਂ ਬੋਲਦੇ ਆ, ਇਹ ਕਿਹਦਾ ਆਤਮਾ ਆ? ਪਰਮੇਸ਼ਰ ਦਾ। ਇਹ ਸਾਹ ਕਿਹਦੇ ਚੱਲ ਰਹੇ ਆ? ਚਾਹੇ ਕੋਈ ਇਨਸਾਨ ਗਲਤ ਕੰਮ ਵੀ ਕਰਦਾ, ਚਾਹੇ ਉਹ ਸ਼ੈਤਾਨ ਦੀ ਕੌਮ ਆ, ਚਾਹੇ ਉਹ ਪ੍ਰਭੂ ਦੀ ਕੌਮ ਆ, ਲੇਕਿਨ ਉਹਨਾਂ ਦੇ ਵਿੱਚ ਵੀ ਜਿਹੜਾ ਆਤਮਾ ਉਹ ਕਿਹਦਾ ਆ? ਪਰਮੇਸ਼ਰ ਦਾ। ਔਰ ਪਰਮੇਸ਼ਰ ਦਾ ਜਿਹੜਾ ਲਿੰਕ ਆ ਉਸ ਆਤਮਾ ਦੇ ਨਾਲ ਆ, ਕਿਉਂਕਿ ਉਹ ਸਾਹ ਪ੍ਰਭੂ ਦਾ ਹੈ। ਪ੍ਰਭੂ ਦਾ ਕਲਾਮ ਦੱਸਦਾ, ਕਹਿੰਦਾ ਪਰਮੇਸ਼ਰ ਕੀ ਕਰਦਾ? ਉਸ ਆਤਮਾ ਸੰਬੰਧੀ ਕਹਿੰਦਾ ਉਹ ਬਹੁਤ ਮੋਹ ਰੱਖਦਾ ਆ। ਪਰਮੇਸ਼ਰ ਨੂੰ ਪਿਆਰ ਆ ਕਿਤੇ ਇਹ ਆਤਮਾ ਨਰਕ ਦੇ ਵਿੱਚ ਨਾ ਚਲੀ ਜਾਏ। ਇਸ ਲਈ ਪਰਮੇਸ਼ਰ ਹਰ ਇੱਕ ਇਨਸਾਨ ਨੂੰ ਬਚਾਉਣਾ ਚਾਹੁੰਦਾ ਹੈ। ਲੇਕਿਨ ਕਹਿੰਦੇ ਇਹ ਆਤਮਾ ਉਦੋਂ ਸਹੀ ਤਰੀਕੇ ਨਾਲ ਹੋ ਜਾਂਦੀ ਪਰਮੇਸ਼ਰ ਦੇ ਅਧੀਨ ਜਦੋਂ ਕਹਿੰਦਾ ਕਿਰਪਾ ਹੁੰਦੀ ਆ। ਕੀ ਹੁੰਦੀ ਆ? ਕਿਰਪਾ। ਜਦੋਂ ਤੱਕ ਉਹਦੇ ਤੇ ਕਿਰਪਾ ਨਹੀਂ ਹੁੰਦੀ, ਪ੍ਰਭੂ ਦਾ ਕਲਾਮ ਦੱਸਦਾ ਪਰ ਕਿਰਪਾ ਜੋ ਪਰਮੇਸ਼ਰ ਦੀ ਦਾਤ ਹੈ, ਜਿਹੜੀ ਸਾਡੀ ਲਾਈਫ 'ਚ ਬਲੈਸਿੰਗ ਹੈ, ਪ੍ਰਭੂ ਦੀ ਕੀ ਆ? ਕਿਰਪਾ। ਅੱਜ ਅਸੀਂ ਇੱਥੇ ਬੈਠੇ ਆ, ਕੱਲ ਸਾਡੀ ਲਾਈਫ ਹੋਰ ਹੁੰਦੀ ਸੀ, ਅੱਜ ਸਾਡੀ ਲਾਈਫ ਹੋ ਰਿਹਾ, ਕੱਲ ਅਸੀਂ
कुछ मंगते सी अज सानू मिल गया, इन्नी ब्लैसिंग मिली होगी परमेश्वर दी कृपा। और कहते कि कृपा जी ना होर शक्तिशाली आ, क्योंकि धर्म ग्रंथ कहना परमेश्वर हंकारी दा की करदा विरोध, पर वो दीन ते की करदा कृपा। और अगर सानू लाइफ दे विच सब तो ऊपर उठना ना, अगर असि अज नीवें हो गए लाइफ स्पेंड कर रहे ते लाइफ च कुछ नहीं है, दुख ही है, तकलीफां है, शांति नहीं है, आनंद नहीं है, प्रभु की कृपा नूं प्राप्त करो, ओनू खुश करो परमेश्वर नूं। और ओनू खुश किद्दां करना? संसार दीयां चीज़ां दे विचों बाहर आके, संसार तो ऊपर उठ के सिर्फ साडा कॉन्सनट्रेट जिहड़ा प्रभु दे वल होना चाहिए, स्वर्ग दीयां गल्लां वल। स्वर्गी गल्लां किहड़ियां आ? सच बोलना, माता पिता का आदर करना, झूठ नहीं बोलना, इको परमेश्वर को मनना, किसी ने धोखा नहीं करना, विचार नहीं करना, खून नहीं करना, प्रभु के नाल मित्रता रखनी। और जिथों तक हो सके असीं प्रभु को खुश करिए, ना कि शैतान को। और उहदी कृपा दे पात्र बनिए कि किद्दां असीं ओह किहड़ा काम करिए जिहड़ी परमेश्वर की कृपा साडे उत्ते हो जाए। जद एक दिन बंदा दुखी आ, दूसरे दिन वो प्रभु के घर च आंदा आ, ਉਹਨੂੰ ਤੋਂ ਸਿੱਖਣ ਨੂੰ ਮਿਲਦਾ ਕਿ ਅਗਰ ਤੁਸੀਂ ਪ੍ਰਾਰਥਨਾ ਕਰੋਗੇ, ਅਗਰ ਤੁਸੀਂ ਸਹੀ ਤਰੀਕੇ ਨਾਲ ਚੱਲੋਗੇ ਤਾਂ ਪਰਮੇਸ਼ਰ ਦੀ ਕਿਰਪਾ ਤੁਹਾਡੀ ਲਾਈਫ 'ਚ ਹੋਵੇਗੀ। ਉਹਦੀ ਲਾਈਫ ਸਪੈਂਡ ਹੁੰਦੀ ਜਾਂਦੀ ਮਹੀਨਾ ਬੀਤਦਾ, 2 ਮਹੀਨੇ ਬੀਤਦੇ, ਪ੍ਰਭੂ ਦੀ ਬਲੈਸਿੰਗ ਉਹਦੀ ਲਾਈਫ 'ਚ ਆਉਂਦੀ, ਕਿੱਥੋਂ ਦਾ ਕਿੱਥੇ ਪਹੁੰਚ ਜਾਂਦਾ। ਤੇ ਪ੍ਰਭੂ ਦੇ ਘਰ 'ਚ ਕੀ ਕਰਦਾ? ਗਵਾਹੀਆਂ ਦਿੰਦਾ ਉੱਚੀ ਆਵਾਜ਼ ਨਾਲ, ਰੋਲਾ ਪਾ ਕੇ ਕਿ ਅੱਜ ਮੇਰੀ ਪਰਮੇਸ਼ਰ ਨੇ ਮੇਰੀ ਲਾਈਫ ਦੇ ਵਿੱਚ ਕੀ ਕੀਤਾ? ਕਿਰਪਾ ਕਰ ਦਿੱਤੀ ਤੇ ਮੈਂ ਕੀ ਹੋ ਗਿਆ? चंगा हो गया। हालेलुया, हालेलुया। परमेश्वर की कृपा आ। ये भी कृपा कि अज असीं प्रभु के घर दे विच बैठे होए आ। परमेश्वर कहंदा ओह हंकारी दा की करदा? विरोध करदा। जेड़े इंसान च हंकार ते घमंड हुंदा ना, परमेश्वर उह तों नफरत करदा है। परमेश्वर उन्हां लोकां नूं पसंद नहीं करदा जेड़े सिर उच्चा करके चलदे फिरदे अपनी लाइफ दे विच। कहंदा दीन ते कृपा करदा, जेड़े गरीब एक दा ओह लोग आ जिन्हां कोल कुछ नहीं है, एक गरीब दिल दे गरीब बनना आ कि साडा दिल जिहड़ा ना दीन होवे, नम्रता इहदे अंदर होवे कि हमेशा जिथे तक मर्जी परमेश्वर जिन्ना मर्जी ऊपर सानू उठा देवे, साडे अंदर हंकार नहीं होना चाहिए। हमेशा परमेश्वर दा काम करने लई तैयार रहो, हमेशा भले काम करने लई तैयार रहो। अगर कोई जरूरतमंद है उसकी हेल्प करो। कहंदे इसलिए परमेश्वर के अधीन रहो, शैतान दा टकरा करो, तां तुहाडे सामने दौड़ जाएगा। हालेलुया, हालेलुया। परमेश्वर को खुश करना, ओदी कृपा पाउणी आ। दूसरी गल, परमेश्वर ते की रहना? अधीन। अधीन किद्दां रहना सी? अधीन किद्दां रहना सी? हालेलुया। जद असीं ओहदे हुक्मां ते चलांगे असीं परमेश्वर दे अधीन आ। जद असीं ओहदे हुक्मां नूं तोड़ांगे असीं फिर की आ? शैतान दे अधीन। लेकिन परमेश्वर दा कलाम दसदा कहंदा इसलिए परमेश्वर दे अधीन रहो ते शैतान दा टकरा करो तां ओह तुहाडे सामने दौड़ जाएगा। अगर असीं कहंदे साडी लाइफ च शैतान नहीं जा रहा, साडी लाइफ च गरीबी नहीं जा रही, साडी लाइफ दे विच बीमारियां आ, दुख आ, ओह शैतान वल्लों आ। जद असीं प्रभु दे अधीन होवांगे, शैतान दा टकरा करांगे, शैतान की होवेगा? तुहाडे सामने दौड़ जाएगा। कहंदा परमेश्वर दे नेड़े आओ तो ओह भी तुहाडे नेड़े आवेगा। हे पापियों ते हे दो दिले मनुखो, अपने हाथ साफ करो अते अपने दिल शुद्ध करो। हालेलुया, हालेलुया। प्रभु दा कलाम दसदा ओहदे अधीन हो जाओ, शैतान दा टकरा करो, खुद इस लायक बन जाओ कि तुसी शैतान नूं हरा सको। तुहानूं किसी दूसरे की हेल्प की लोड़ ना पवे, खुद टकरा करना सीखो। घर च बैठ के प्रेयर करो, अगर बुखार आ उन्हें प्रभु यीशु मसीह के नाम से छिड़को। अगर कोई शैतान परेशानी के रूप च आ रहा है, प्रभु यीशु मसीह के नाम से छिड़को। टकरा करना सीखो, शैतान का मुकाबला करना। जब तुसी ये करोगे, शैतान को पता लग जाएगा कि तुसी इस काबिल बन गए हो, तो तुहाडे सामने दौड़ जाएगा। परमेश्वर का कलाम दसदा कहंदा परमेश्वर दे नेड़े आओ तां ओह भी तुहाडे नेड़े आवेगा। कहंदा हे पापियों ते दो दिले मनुखो, मतलब दो दिल नहीं बनाने, एक कही जावे परमेश्वर दा है, एक कही जावे मैं संसार दा भी हां। परमेश्वर कहंदा हे पापियों ते हे दो दिलो मनुखो, एक दिल ही रखना और वो दिल विच सिर्फ प्रभु यीशु मसीह होना चाहिए है।
ਕੌਣ ਹੋਣਾ ਚਾਹੀਦਾ? ਤੇ ਆਪਣੇ ਕਹਿੰਦਾ ਹੱਥ ਸਾਫ਼ ਕਰੋ ਅਤੇ ਆਪਣੇ ਦਿਲ ਸ਼ੁੱਧ ਕਰੋ। ਹੱਥ ਕਿੱਦਾਂ ਸਾਫ਼ ਕਰਨੇ? ਸਾਬਣ ਨਾਲ ਧੋ ਕੇ ਨਹੀਂ ਸਾਫ਼ ਕਰਨੇ, ਕੂਚ ਕੇ ਨਹੀਂ ਸਾਫ਼ ਕਰਨੇ। ਹੱਥ ਇੱਦਾਂ ਸਾਫ਼ ਕਰਨੇ ਕਿ ਤੁਹਾਡੇ ਕੋਲੋਂ ਕਿਸੇ ਵੀ ਤਰ੍ਹਾਂ ਦੀ ਬੁਰਾਈ ਨਾ ਹੋਵੇ, ਤੁਹਾਡੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਪਾਪ ਨਾ ਹੋਵੇ। ਤੇ ਕਹਿੰਦਾ ਆਪਣੇ ਦਿਲ ਵੀ ਕੀ ਕਰੋ? ਸ਼ੁੱਧ। ਇਹ ਨਾ ਹੋਵੇ ਮੂੰਹ ਦੇ ਵਿੱਚੋਂ ਕੋਈ ਕਹੋ ਮੈਂ ਜੀ ਤੁਹਾਡੇ ਕੋਲੋਂ ਬਹੁਤ ਜ਼ਿਆਦਾ ਖੁਸ਼ ਹਾਂ, ਮੈਂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ, ਤੇ ਅੰਦਰ ਸਾਡੀ ਈਰਖਾ ਹੋਵੇ ਕਿ ਇਹਦਾ ਕੱਲ ਨੂੰ ਮਾੜਾ ਹੋ ਜਾਵੇ। ਪਰਮੇਸ਼ਰ ਕਹਿੰਦਾ ਦਿਲ ਨੂੰ ਸ਼ੁੱਧ ਕਰ ਲਓ। ਦਿਲ ਨੂੰ ਕੀ ਕਰੋ? ਸ਼ੁੱਧ। ਹੱਥ ਵੀ ਸਾਫ਼ ਕਰੋ, ਤੁਹਾਡੇ ਕੋਲੋਂ ਕੋਈ ਪਾਪ ਨਾ ਹੋਵੇ, ਤੁਹਾਡਾ ਦਿਲ ਵੀ ਸ਼ੁੱਧ ਹੋਵੇ। ਔਰ ਪਰਮੇਸ਼ਰ ਕਹਿੰਦਾ ਅਗਰ ਤੁਸੀਂ ਪ੍ਰਭੂ ਦੇ ਨੇੜੇ ਆਓਗੇ ਤਾਂ ਉਹ ਵੀ ਤੁਹਾਡੇ ਨੇੜੇ ਆਵੇਗਾ। ਅਗਰ ਕਹਿੰਦੇ ਨਾ ਕਿ ਪਰਮੇਸ਼ਰ ਸਾਡੀ ਸੁਣਦਾ ਕਿਉਂ ਨਹੀਂ, ਤੁਸੀਂ ਪ੍ਰਭੂ ਤੋਂ ਦੂਰ ਹੋ। ਜਦੋਂ ਤੁਸੀਂ ਉਹਦੇ ਨਜ਼ਦੀਕ ਜਾਓਗੇ ਨਾ, ਤੁਸੀਂ ਇੱਕ ਕਦਮ ਵਧਾਉਂਦੇ ਹੋ, ਉਹਨੇ 4 ਵਧਾਉਣੇ। ਹਾਲੇਲੂਇਆ। ਕਹਿੰਦੇ ਦੁਖੀ ਹੋਵੋ, ਰੋਵੋ ਅਤੇ ਗਹਿਣ ਪਾਓ, ਆਪਣੇ ਹਾਸੇ ਨੂੰ ਸੋਗ ਵਿੱਚ ਅਤੇ ਆਪਣੇ ਆਨੰਦ ਨੂੰ ਉਦਾਸੀ ਵਿੱਚ ਬਦਲ ਦਵੋ। ਆਪਣੇ ਆਪ ਨੂੰ ਪ੍ਰਭੂ ਦੇ ਸਾਹਮਣੇ ਦੀਨ ਕਰੋ ਤਾਂ ਤੁਹਾਨੂੰ ਉੱਚਾ ਕਰੇਗਾ। ਹਾਲੇਲੂਇਆ। ਅਗਰ ਅਸੀਂ ਕਹਿੰਦੇ ਪ੍ਰਭੂ ਸੁਣਦਾ ਕਿਉਂ ਨਹੀਂ, ਕਿਉਂ ਨਹੀਂ ਸੁਣਦਾ? ਇੱਕ ਜਗ੍ਹਾ ਖੁਦਾ ਦੇ ਕਲਾਮ 'ਚ ਵੀ ਲਿਖਿਆ ਕਿ ਸਾਡੇ ਪਾਪ ਆ ਜਿਹਦੇ ਕਰਕੇ ਉਹ ਸਾਡੀ ਸੁਣਦਾ ਨਹੀਂ ਆ। ਨਹੀਂ ਸੁਣਦਾ ਨਾ, ਅਗਰ ਸਾਡੀ ਲਾਈਫ 'ਚ ਕੁਝ ਹੋ ਗਿਆ ਆ, ਪ੍ਰਭੂ ਦਾ ਕਲਾਮ ਦੱਸਦਾ ਕਹਿੰਦਾ ਦੁਖੀ ਹੋ ਜਾਓ, ਰੋਵੋ, ਬੈਣ ਪਾਓ। ਜਦ ਕੋਈ ਮਰ ਜਾਂਦਾ ਨਾ, ਉੱਥੇ ਲੇਡੀਜ਼ ਬੈਣ ਪਾਉਂਦੀਆਂ, ਸਾਰਿਆਂ ਨੂੰ ਪਤਾ ਹੁੰਦਾ ਕਿੱਦਾਂ ਪਾਉਂਦੀਆਂ ਹੋ। ਪ੍ਰਭੂ ਦੇ ਅੱਗੇ ਜਾ ਕੇ ਇਦਾਂ ਗਿੜਗਿੜਾਓ ਉੱਚੀ ਉੱਚੀ। ਉਹ ਤਾਂ ਚਲੋ ਕੁਛ ਉਹਨਾਂ ਨੂੰ ਰੋਣਾ ਹੁੰਦਾ ਜਿਨ੍ਹਾਂ ਦੇ ਘਰ ਦੇ ਵਿੱਚੋਂ ਕੋਈ ਮਰ ਗਿਆ ਹੋਵੇ। ਜਿਹੜੇ ਬਾਕੀ ਦੇ ਗਏ ਹੁੰਦੇ ਉਹਨਾਂ ਨੇ ਤਾਂ ਇੱਕ ਰੀਤ ਆ ਰੋਣ ਦੀ, ਉਹ ਬਣਾਈ ਹੋਈ ਆ। ਲੇਕਿਨ ਪਰਮੇਸ਼ਰ ਕਹਿੰਦਾ ਕਿ ਤੁਸੀਂ ਦੁਖੀ ਹੋ ਜਾਓ, ਮਤਲਬ ਤੁਹਾਡਾ ਆਪਣਾ ਦਿਲ ਤੋੜ ਕੇ ਪ੍ਰਾਰਥਨਾ ਕਰੋ। ਪਰਮੇਸ਼ਰ ਅੱਗੇ ਜਾ ਕੇ ਦਿਲ ਤੋੜ ਕੇ ਪ੍ਰਾਰਥਨਾ ਕਰੋ, ਦੁਖੀ ਹੋਵੋ, ਰੋਵੋ, ਬੈਣ ਪਾਓ, ਤੇ ਕਹਿੰਦਾ ਆਪਣੇ ਹਾਸੇ ਨੂੰ ਸੋਗ 'ਚ ਬਦਲ ਦਿਓ ਤੇ ਆਪਣੇ ਆਨੰਦ ਨੂੰ ਉਦਾਸੀ 'ਚ। ਦਿਲ ਤੋੜ ਕੇ ਪਰਮੇਸ਼ਰ ਦੀ ਪ੍ਰਾਰਥਨਾ ਕਰੋ ਤੇ ਪਰਮੇਸ਼ਰ ਕਹਿੰਦਾ ਪਰਮੇਸ਼ਰ ਦੇ ਸਾਹਮਣੇ ਦੀਨ ਹੋ ਜਾਓ ਤੇ ਫਿਰ ਉਹ ਤੁਹਾਨੂੰ ਉੱਚਾ ਕਰੇਗਾ। ਹਾਲੇਲੂਇਆ, 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 ਹਾਲੇਲੂਇਆ। ਕਹਿੰਦਾ ਭਰਾਵੋ ਇੱਕ ਦੂਜੇ ਨੂੰ ਬੁਰਾ ਭਲਾ ਨਾ ਕਹੋ। ਜੋ ਕੋਈ ਵੀ ਕਿਸੇ ਭਰਾ ਨੂੰ ਬੁਰਾ ਭਲਾ ਕਹਿੰਦਾ ਹੈ ਜਾਂ ਭਰਾ ਤੇ ਦੋਸ਼ ਲਾਉਂਦਾ ਹੈ, ਉਹ ਵਿਵਸਥਾ ਨੂੰ ਬੁਰਾ ਭਲਾ ਕਹਿੰਦਾ ਹੈ। ਹਾਲੇਲੂਇਆ, ਹਾਲੇਲੂਇਆ। ਅਤੇ ਵਿਵਸਥਾ ਦੇ ਦੇਣ ਵਾਲਾ ਤੇ ਨਿਆਂ ਕਰਨ ਵਾਲਾ ਇੱਕੋ ਹੀ ਹੈ, ਜੋ ਬਚਾਉਣ ਤੇ ਨਾਸ਼ ਕਰਨ ਦੀ ਸ਼ਕਤੀ ਰੱਖਦਾ। ਫਿਰ ਤੁਸੀਂ ਆਪਣੇ ਭਰਾ ਤੇ ਦੋਸ਼ ਲਾਉਣ ਵਾਲੇ ਕੌਣ ਹੁੰਦੇ ਹੋ? ਹਾਲੇਲੂਇਆ, ਹਾਲੇਲੂਇਆ। ਪ੍ਰਭੂ ਕਹਿੰਦਾ ਇੱਕ ਦੂਸਰੇ ਨੂੰ ਭਲਾ ਬੁਰਾ ਨਾ ਕਹੋ। ਇੱਕ ਭਰਾ ਭੈਣ ਸਾਡੇ ਉਹ ਆ ਜਿਹੜੇ ਸਾਡੇ ਸਕੇ ਆ, ਇੱਕ ਭਰਾ ਭੈਣ ਉਹ ਆ ਜਿਹੜੇ ਸਾਡੇ ਨਾਲ ਦੇ ਆਸ ਪੜੋਸ ਦੇ ਵਿੱਚ ਰਹਿੰਦੇ, ਸਾਡੇ ਰਿਲੇਟਿਵਸ ਆ, ਕੋਈ ਵੀ ਹੋ ਜਾਵੇ। ਪਰਮੇਸ਼ਰ ਕਹਿੰਦਾ ਕਿਸੇ ਨੂੰ ਵੀ ਬੁਰਾ ਜਾਂ ਭਲਾ ਨਹੀਂ ਕਹਿਣਾ, ਕਿਸੇ ਦੇ ਵੀ ਦੋਸ਼ ਨਹੀਂ ਲਾਉਣਾ। ਅਗਰ ਅਸੀਂ ਪ੍ਰਭੂ ਦੇ ਕਲਾਮ 'ਚ ਲਿਖਿਆ ਅਗਰ ਕਿਸੇ ਤੇ ਦੋਸ਼ ਲਗਾਉਂਦੇ ਆ ਤਾਂ ਪ੍ਰਭੂ ਸਾਡੇ ਤੇ ਵੀ ਦੋਸ਼ ਲਗਾਏਗਾ। ਕਹਿੰਦਾ ਕਿ ਤੁਸੀਂ ਵਚਨ ਨੂੰ ਤੋੜਨ ਵਾਲੇ ਬਣਦੇ ਹੋ, ਫਿਰ ਤੁਸੀਂ ਪਰਮੇਸ਼ਰ ਦੇ ਕਲਾਮ ਤੇ ਦੋਸ਼ ਲਗਾ ਰਹੇ ਹੋ। ਕਿਉਂਕਿ ਵਚਨ ਦੇਣ ਵਾਲਾ, ਜਿਹਨੇ ਵਚਨ ਬਣਾਇਆ, ਜਿਹਨੇ ਬਾਈਬਲ ਬਣਾਈ, ਜਿਹਨੇ ਕਲਾਮ ਲਿਖਿਆ ਆ, ਉਹ ਸਿਰਫ ਇੱਕੋ ਹੀ ਆ, ਸਾਡਾ ਨਿਆਂ ਕਰਨ ਵਾਲਾ ਵੀ, ਤੇ ਜਿਹੜਾ ਸਾਨੂੰ ਇਹ ਸਿਖਾ ਰਿਹਾ ਉਹ ਵੀ ਇੱਕੋ ਹੀ, ਉਹ ਹੈਗਾ ਪ੍ਰਭੂ ਯਿਸੂ ਮਸੀਹ। ਹਾਲੇਲੂਇਆ, ਸਾਡਾ ਪਿਤਾ। ਤੇ ਕਹਿੰਦਾ ਉਹਦੇ ਕੋਲ ਸਾਨੂੰ ਬਚਾਉਣ ਦੀ ਔਰ ਨਾਸ਼ ਕਰਨ ਦੀ ਸ਼ਕਤੀ ਆ। ਫਿਰ ਕਹਿੰਦਾ ਤੁਸੀਂ ਆਪਣੇ ਭਰਾ ਤੇ ਕਿੱਦਾਂ ਦੋਸ਼ ਲਗਾ ਸਕਦੇ ਹੋ? ਹੁਣ ਤੁਸੀਂ ਸੁਣੋ, ਇਹ ਕਹਿੰਦੇ ਹੋ ਅੱਜ ਜਾਂ ਕੱਲ ਅਸੀਂ ਕਿਸੇ ਸ਼ਹਿਰ ਜਾਵਾਂਗੇ, ਉੱਥੇ 1 ਸਾਲ ਰਵਾਂਗੇ, ਫਿਰ ਅਸੀਂ ਉੱਥੇ ਕੰਮ ਧੰਦਾ ਕਰਾਂਗੇ ਤੇ ਧਨ ਕਮਾਵਾਂਗੇ। ਪਰ ਤੁਸੀਂ ਤਾਂ ਇਹ ਵੀ ਨਹੀਂ ਜਾਣਦੇ ਹੋ ਕਿ ਕੱਲ ਤੁਹਾਡੇ ਨਾਲ ਕੀ ਹੋਵੇਗਾ ਤੇ ਤੁਹਾਡਾ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਦਾ ਕਲਾਮ ਦੱਸਦਾ, ਕਹਿੰਦਾ ਸੁਣੋ। ਹੁਣ ਕਹਿੰਦਾ ਸੁਣੋ ਅਸੀਂ ਕੀ ਕਰਦੇ ਰੋਜ਼ਾਨਾ ਲਾਈਫ 'ਚ। ਕਹਿੰਦਾ ਅਸੀਂ ਕਹਿੰਦੇ ਅੱਜ ਜਾਣਾ ਜਾਂ ਕੱਲ ਨੂੰ ਜਾਣਾ, ਆਪਾਂ ਉੱਥੇ ਜਾ ਕੇ ਘਰ ਬਣਾਉਂਗੇ, 1 ਸਾਲ ਉੱਥੇ ਰਹੋਗੇ, ਉੱਥੇ ਫਿਰ ਆਪਾਂ ਵਪਾਰ ਸ਼ੁਰੂ ਕਰਦੇ ਆ, ਕੋਈ ਕੰਮ ਖੋਲਦੇ ਆ, ਫਿਰ ਕੀ ਹੋਣਾ? ਕਹਿੰਦਾ ਜਦੋਂ ਕੰਮ ਖੋਲੂਗੇ ਫਿਰ ਸਾਨੂੰ ਉਸ ਤੋਂ ਮੁਨਾਫਾ ਹੋਣਾ, ਰੋਜ਼ ਪੈਸੇ ਹੋਣੇ, ਉੱਥੇ ਫਿਰ ਆਪਾਂ ਧਨ ਕਮਾਵਾਂਗੇ। ਪਰ ਪਰਮੇਸ਼ਰ ਕਹਿੰਦਾ ਤੁਸੀਂ ਜਾਣਦੇ ਹੋ ਕਿ ਤੁਸੀਂ ਪਲੈਨਿੰਗ ਤਾਂ ਕਰ ਰਹੇ ਹੋ, ਲੇਕਿਨ ਕੱਲ ਤੁਹਾਡੇ ਨਾਲ ਕੀ ਹੋਣ ਵਾਲਾ? ਕੱਲ ਕਹਿੰਦਾ ਤੁਹਾਡਾ ਜੀਵਨ ਕਿੱਦਾਂ ਹੋਵੇਗਾ? ਤੁਸੀਂ ਤਾਂ ਕਹਿੰਦਾ ਇੱਕ ਧੁੰਦ ਦੀ ਤਰ੍ਹਾਂ ਆ ਜਿਹੜੀ ਕੁਝ ਚਿਰ ਲਈ ਦਿਖਾਈ ਦਿੰਦੀ ਤੇ ਫਿਰ ਖਤਮ ਹੋ ਜਾਂਦੀ ਆ। ਤੁਹਾਨੂੰ ਅਸਲ ਵਿੱਚ ਕਹਿੰਦੇ ਇਹ ਕਹਿਣਾ ਚਾਹੀਦਾ ਆ ਕਿ ਜੇਕਰ ਪ੍ਰਭੂ ਦੀ ਇੱਛਾ ਹੋਈ ਤਾਂ ਅਸੀਂ ਜਿਉਂਦੇ ਰਹਾਂਗੇ, ਜਾਂ ਇਹ ਕਰਾਂਗੇ ਜਾਂ ਉਹ ਕਰਾਂਗੇ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਕਹਿੰਦਾ ਆਪਣੀਆਂ ਪਲੈਨਿੰਗਾਂ ਨਾ ਬਣਾਉਂਦੇ ਰਿਹਾ ਕਰੋ, ਅਸੀਂ ਉੱਥੇ ਜਾਣਾ, ਕੱਲ ਨੂੰ ਇਦਾਂ ਕਰਨਾ, ਸਾਲ 'ਚ ਇਦਾਂ ਕਰ ਲੈਣਾ, ਅਗਲੇ
ਲਾਈਫ ਦੀ ਸੈਟਿੰਗ ਕਰ ਲੈਣੀ। ਪ੍ਰਭੂ ਕਹਿੰਦਾ ਤੁਹਾਨੂੰ ਪਤਾ ਕੱਲ ਤੁਹਾਡੇ ਨਾਲ ਕੀ ਹੋਣ ਜਾ ਰਿਹਾ ਆ, ਜਾਂ ਕੱਲ ਸਾਡੀ ਲਾਈਫ ਕਿੱਦਾਂ ਦੀ ਹੋਣੀ ਆ, ਕੱਲ ਅਸੀਂ ਹੋਣਾ ਜਾਂ ਨਹੀਂ, ਇਹ ਤਾਂ ਪ੍ਰਭੂ ਨੂੰ ਪਤਾ। ਇਸ ਲਈ ਕਹਿੰਦਾ ਤੁਹਾਨੂੰ ਇਦਾਂ ਨਹੀਂ ਪਰਮੇਸ਼ਰ ਕਹਿੰਦਾ ਕਹਿਣਾ ਚਾਹੀਦਾ। ਕੀ ਕਹਿਣਾ ਚਾਹੀਦਾ ਕਿ ਪਰਮੇਸ਼ਰ ਤੇਰੀ ਮਰਜ਼ੀ ਪੂਰੀ ਹੋਵੇ, ਤੇਰੀ ਮਰਜ਼ੀ। ਹਰ ਕੰਮ ਕੋਈ ਵੀ ਕਰੋ, ਕੋਈ ਪਲੈਨਿੰਗ ਵੀ ਕਰਦੇ ਆ, ਘਰ ਦੀ ਕਰਦੇ, ਬਾਹਰ ਦੀ ਕਰਦੇ, ਕਿਤੇ ਜਾਣਾ ਆਉਣਾ ਆ, ਪ੍ਰਭੂ ਕਹਿੰਦਾ ਇਦਾਂ ਕਹੋ ਜੇਕਰ ਪਰਮੇਸ਼ਰ ਤੇਰੀ ਇੱਛਾ ਹੈ ਤਾਂ ਪੂਰੀ ਹੋਵੇ। ਜਦ ਪਰਮੇਸ਼ਰ ਦੀ ਮਰਜ਼ੀ ਨਾਲ ਅਸੀਂ ਇਦਾਂ ਕਰਾਂਗੇ ਜਾਂ ਉਦਾਂ ਕਰਾਂਗੇ। ਪਰ ਕਹਿੰਦੇ ਤੁਸੀਂ ਤਾਂ ਆਪਣੇ ਆਪ ਉੱਤੇ ਘਮੰਡ ਕਰਦੇ ਹੋ ਤੇ ਇਹੋ ਜਿਹਾ ਸਭ ਘਮੰਡ ਬੁਰਾ ਹੁੰਦਾ ਹੈ। ਇਸ ਲਈ ਜੋ ਮਨੁੱਖ ਭਲਾਈ ਕਰਨਾ ਜਾਣਦਾ ਆ ਪਰ ਕਰਦਾ ਨਹੀਂ, ਉਹ ਪਾਪ ਕਰਦਾ ਹੈ। ਹਾਲੇਲੂਇਆ। ਜੇ ਪਰਮੇਸ਼ਰ ਕਹਿੰਦਾ ਤੁਹਾਨੂੰ ਪਤਾ ਨਾ ਕਿ ਭਲੇ ਕੰਮ ਕਰਨੇ ਚਾਹੀਦੇ, ਤੁਹਾਨੂੰ ਆਉਂਦੇ ਵੀ ਆ, ਲੇਕਿਨ ਅਗਰ ਤੁਸੀਂ ਨਹੀਂ ਕਰਦੇ ਫਿਰ ਵੀ ਪਾਪ ਕਰਦੇ ਆ। ਤੁਸੀਂ ਪਰਮੇਸ਼ਰ ਦਾ ਕਲਾਮ ਸੁਣਿਆ ਕਿ ਪ੍ਰਭੂ ਨੇ ਕਿਹਾ ਭਲਾ ਕਰਨਾ। ਕਿਸੇ ਦੀ ਹੈਲਪ ਦੀ ਲੋੜ ਹੈ ਕਿਸੇ ਨੂੰ ਤਾਂ ਜ਼ਰੂਰ ਦੱਸੋ। ਅਗਰ ਕਿਸੇ ਦੇ ਕੋਲ ਪਰਮੇਸ਼ਰ ਦਾ ਵਚਨ ਨਹੀਂ ਆ, ਉਹਨੂੰ ਦੱਸੋ ਪਰਮੇਸ਼ਰ ਕੌਣ ਆ। ਅਗਰ ਕੋਈ ਬਿਮਾਰ ਆ, ਉਹ ਚੰਗਾ ਨਹੀਂ ਹੋ ਪਾ ਰਿਹਾ, ਤੁਸੀਂ ਜਾਣਦੇ ਹੋ ਕਿ ਕਿੱਥੋਂ ਚੰਗਿਆਈ ਨੂੰ ਮਿਲ ਸਕਦੀ। ਅਗਰ ਤੁਹਾਨੂੰ ਭਲਾ ਕਰਨਾ ਆਉਂਦਾ ਆ ਤੇ ਤੁਸੀਂ ਨਹੀਂ ਕਰਦੇ ਫਿਰ ਵੀ ਪਰਮੇਸ਼ਰ ਕਹਿੰਦਾ ਤੁਸੀਂ ਪਾਪ ਕਰਦੇ ਹੋ। ਹਾਲੇਲੂਇਆ। ਹਾਲੇਲੂਇਆ। ਪ੍ਰਭੂ ਦੇ ਕਲਾਮ ਦੇ ਵਿੱਚ ਵੱਧਦੇ ਜਾਓ। ਲੜਾਈ ਝਗੜੇ ਦੀ ਜੜ ਕੀ ਆ? ਕੋਈ ਇੱਛਾਵਾਂ, ਬੁਰੀਆਂ ਇੱਛਾਵਾਂ ਰੱਖਣੀਆਂ, ਇਹਨੂੰ ਖਤਮ ਕਰੋ। ਪ੍ਰਭੂ ਦੇ ਉੱਤੇ ਛੱਡ ਦਿਓ ਮਿਲਣਾ ਜਾਂ ਨਹੀਂ, ਹੋਣਾ ਜਾਂ ਨਹੀਂ। ਕੋਈ ਵੀ ਕੰਮ ਕਰਦੇ ਹੋ ਸਿਰਫ ਇਹ ਕਹੋ ਕਿ ਪਰਮੇਸ਼ਰ ਤੇਰੀ ਮਰਜ਼ੀ ਪੂਰੀ ਹੋਵੇ, ਤੇਰੀ ਇੱਛਾ ਪੂਰੀ ਹੋਵੇ। ਅਗਰ ਤੈਨੂੰ ਮਨਜ਼ੂਰ ਆ ਤਾਂ ਹੋਵੇ, ਅਗਰ ਨਹੀਂ ਤੇ ਫਿਰ ਨਹੀਂ। ਜੋ ਕੁਝ ਵੀ ਹੋਵੇ ਪ੍ਰਭੂ ਦੇ ਨਾਮ ਦੇ ਉੱਤੇ ਹੋਵੇ, ਕਿਸੇ ਨੂੰ ਭਲਾ ਜਾਂ ਬੁਰਾ ਨਹੀਂ ਕਹਿਣਾ, ਨਾ ਹੀ ਸੰਸਾਰ ਨਾਲ ਮਿੱਤਰਤਾ ਰੱਖਣੀ ਹੈ। ਤੇ ਪ੍ਰਭੂ ਦੇ ਨਾਲ ਆਪਣਾ ਇਦਾਂ ਦਾ ਸੰਬੰਧ ਕਾਇਮ ਕਰੋ ਕਿ ਜੋ ਕੁਝ ਵੀ ਹੋਵੇ ਪਰਮੇਸ਼ਰ ਦੇ ਨਾਮ ਦੇ ਉੱਤੇ ਜੋ ਕਵੇ ਉਹ ਤੁਸੀਂ ਕਰੋ। ਹਾਲੇਲੂਇਆ। 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 ਸਾਰਿਆਂ